ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਚਿੱਤਰ ਨਾਟਕ ਤੇ ਸਾਡੀ ਵਿਚਾਰ ਲੜੀ ਚੱਲ ਰਹੀ ਹੈ। ਚਰਿਤ੍ਰੋਪਖਿਆਨ ਦੇ ਬਾਰੇ ਅੱਗੇ ਅਸੀਂ ਵਿਚਾਰ ਸ਼ੁਰੂ ਕੀਤੀ ਹੋਈ ਹੈ। ਅੱਜ ਦੀ ਵਿਚਾਰ ਬੜੀ ਖਾਸ ਵਿਚਾਰ ਹੈ, ਕਿਉਂਕਿ ਸਾਡੇ ਵਿਰੋਧੀਆਂ ਦਾ ਪੂਰਾ ਜ਼ੋਰ ਲੱਗਾ ਹੋਇਆ ਕਿ ਇਹ ਸਿੱਧ ਕਰਨ ਨੂੰ ਕਿ ਵਿਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਹੈ ਜਾਂ ਇਤਿਹਾਸਕ ਗ੍ਰੰਥਾਂ ਦਾ ਉਲਥਾ ਹੈ। ਉਹਨਾਂ ਦਾ ਸਾਥ ਸਾਡੇ ਬਹੁਤ ਸਾਰੇ ਕਹੇ ਜਾਂਦੇ ਵਿਦਵਾਨ ਵੀ ਦੇ ਰਹੇ ਨੇ, ਕੋਈ PhD ਡਾਕਟਰ ਨੇ, ਔਰ ਬਹੁਤ ਸਾਰੇ ਸਟੇਜ ਤੇ ਬੋਲਣ ਵਾਲੇ ਬੁਲਾਰੇ ਕਥਾਵਾਚਕ। ਉਸੇ ਸੰਬੰਧ ਵਿੱਚ ਇੱਕ ਹੋ ਚੁੱਕੇ ਸਾਡੇ ਵਿਦਵਾਨ ਗਿਆਨੀ ਸੰਤ ਸਿੰਘ ਜੀ ਮਸਕੀਨ, ਜਿਨ੍ਹਾਂ ਨੇ ਕਿ ਬਹੁਤ ਵੱਧ ਚੜ੍ਹ ਕੇ ਵਿਚਿੱਤਰ ਨਾਟਕ ਦੀ ਪ੍ਰਮੋਸ਼ਨ ਕੀਤੀ, ਇਸ ਨੂੰ ਸਪੋਰਟ ਕੀਤਾ, ਇਸ ਦੇ ਹੱਕ ਵਿੱਚ ਜੋ ਬੋਲੇ। ਉਹਨਾਂ ਦੀਆਂ ਆਡੀਓਜ਼ ਅੱਜ ਵੀ ਚੱਲ ਰਹੀਆਂ ਹਨ। ਜਿਹੜੇ ਵੀਰ ਵਿਚਿੱਤਰ ਨਾਟਕ ਨੂੰ ਦਸ਼ਮੇਸ਼ ਪਿਤਾ ਨਾਲ ਜੋੜਦੇ ਹਨ, ਉਹ ਸਮੇਂ ਤੋਂ ਸਮੇਂ ਮੇਰੇ ਕੋਲ ਇਹ ਆਡੀਓ ਭੇਜਦੇ ਰਹਿੰਦੇ ਹਨ। ਅਜਿਹੀ ਇੱਕ ਆਡੀਓ ਮੇਰੇ ਪਾਸ ਆਈ ਜੋ 45 ਮਿੰਟ ਤੇ 19 ਸੈਕਿੰਡ ਦੀ ਹੈ। ਇਸ ਆਡੀਓ ਦੇ ਵਿੱਚ ਸੰਤ ਸਿੰਘ ਮਸਕੀਨ ਜੀ ਨੇ ਪੂਰਾ ਜ਼ੋਰ ਲਾ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਜਿਹੜਾ ਗ੍ਰੰਥ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਲਿਖਿਆ। ਇਹਦੇ ਵਿੱਚ 70-80% ਪੁਰਾਤਨ ਗ੍ਰੰਥਾਂ ਦਾ ਉਲਥਾ ਹੈ। ਉਸ ਦੇ ਉਲਥੇ ਵਿੱਚੋਂ ਹੀ ਜਿਹੜਾ ਚਰਿਤ੍ਰੋਪਖਿਆਨ ਹੈ, ਤ੍ਰਿਆ ਚਰਿਤਰ ਦਾ ਹਿੱਸਾ ਹੈ, ਉਸ ਦੇ ਸੰਬੰਧ ਵਿੱਚ ਸੰਤ ਸਿੰਘ ਮਸਕੀਨ ਜੀ ਕੁਝ ਕਹਿ ਰਹੇ ਨੇ। ਮੈਂ ਤੁਹਾਨੂੰ ਉਹਨਾਂ ਦਾ ਇੱਕ ਕਲਿੱਪ ਛੋਟਾ ਜਿਹਾ ਅੱਧੇ ਮਿੰਟ ਦਾ ਸੁਣਾਉਣਾ ਹੈ। ਤੁਸੀਂ ਇਸ ਨੂੰ ਸੁਣੋ ਤੇ ਤੁਸੀਂ ਸਮਝ ਜਾਓਗੇ ਕਿ ਉਹਨਾਂ ਦੀ ਮਨੋਦਿਸ਼ਾ ਕੀ ਹੈ। ਜਿਨ੍ਹਾਂ ਨੇ ਇਸ ਦੇ ਉੱਤੇ ਗ੍ਰੰਥ ਲਿਖੇ ਨੇ, ਔਰ ਇੱਕ ਮਹਾਨ ਰਿਸ਼ੀ ਹੋਇਆ ਰਿਸ਼ੀ ਵਾਤਸਾਇਨ, ਜਿਸ ਨੇ ਕਾਮ ਸੂਤਰ ਲਿਖਿਆ, ਉਹਦਾ ਤਰਜਮਾ ਕੀਤਾ ਗੁਰੂ ਗੋਬਿੰਦ ਸਿੰਘ ਨੇ ਦਸਮ ਗ੍ਰੰਥ ਦੇ। ਦਸਮ ਗ੍ਰੰਥ 90% ਬਾਣੀ ਪੁਰਾਣੇ ਧਰਮ ਗ੍ਰੰਥਾਂ ਦਾ ਤਰਜਮਾ ਹੈ। ਇਸ ਵਾਸਤੇ ਬ੍ਰਾਹਮਣ ਕਹਿੰਦਾ ਸੀ ਮੈਂ ਸਿਰਫ ਬ੍ਰਾਹਮਣ ਨੂੰ ਪੜ੍ਹਨਾ ਜੋ ਹੈ ਪੜਾਵਾਂਗਾ, ਦੂਜੇ ਨੂੰ ਨਹੀਂ, ਤੇ ਦੂਜੇ ਲੋਕ ਅਗਿਆਨੀ। ਤੋ ਇਹ ਜਿਹੜੀ ਮੈਂ ਤੁਹਾਨੂੰ ਇਹਨਾਂ ਦਾ ਇੱਕ ਛੋਟਾ ਜਿਹਾ ਕਲਿੱਪ ਸੁਣਾਇਆ, ਇਹਦਾ ਮੇਰੇ ਸੁਣਾਉਣ ਦਾ ਮਕਸਦ ਇਹ ਸੀ ਕਿ ਕਿਵੇਂ ਸਾਰੇ ਰਲ ਮਿਲ ਕੇ ਇਹ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸਥਾਪਿਤ ਕਰਨ ਲਈ ਤੁਲੇ ਹੋਏ ਹਨ। ਮੈਂ ਅੱਜ ਦੀ ਇਸ ਵੀਡੀਓ ਵਿੱਚ ਪੂਰਨ ਰੂਪ 'ਚ ਇਸ ਸੰਤ ਸਿੰਘ ਜੀ ਮਸਕੀਨ ਦੇ ਆ ਜਿਹੜੇ ਤੁਸੀਂ ਕੁਝ ਬੋਲ ਸੁਣੇ ਨੇ, ਇਸ ਦੇ ਉੱਤੇ ਹੀ ਵਿਚਾਰ ਕਰਾਂਗਾ। ਜਦੋਂ ਉਹਨਾਂ ਦੀ ਇਹ ਵੀਡੀਓ ਮੈਂ ਸੁਣੀ ਤਾਂ ਮੇਰੇ ਮਨ ਵਿੱਚ ਕਈ ਸ਼ੰਕੇ ਖੜੇ ਹੋ ਗਏ। ਪਹਿਲੀ ਗੱਲ, ਐਡਾ ਵੱਡਾ ਮਹਾਨ ਵਿਦਵਾਨ ਝੂਠ ਤੇ ਬੋਲ ਨਹੀਂ ਸਕਦਾ, ਔਰ ਐਡੇ ਵੱਡੇ ਵਿਦਵਾਨ ਨੂੰ ਗਲਤੀ ਵੀ ਨਹੀਂ ਲੱਗ ਸਕਦੀ। ਫਿਰ ਕੀ ਗੱਲ, ਸਾਡੇ ਸੋਚਣ ਵਿੱਚ ਕੁਝ ਫਰਕ ਪਿਆ ਹੋਇਆ, ਸਾਨੂੰ ਹੀ ਗਲਤੀ ਲੱਗੀ ਹੈ। ਅਸੀਂ ਜਿਹੜੇ ਵਿਚਿੱਤਰ ਨਾਟਕ ਦਾ ਵਿਰੋਧ ਕਰ ਰਹੇ ਹਾਂ, ਕੀ ਸਾਡੇ ਵਿੱਚ ਕੋਈ ਗਲਤੀ ਹੈ, ਜਾਂ ਜਿਹੜੀ ਉਦਾਹਰਣ ਇਹ ਗਿਆਨੀ ਜੀ ਦੇ ਰਹੇ ਹਨ ਉਹ ਝੂਠੀ ਹੈ। ਸਭ ਤੋਂ ਪਹਿਲਾਂ ਮੈਂ ਮਹਾਰਿਸ਼ੀ ਵਾਤਸਾਇਨ ਦੇ ਜੀਵਨ ਬਾਰੇ ਕੁਝ ਜਾਣਨਾ ਚਾਹਿਆ। ਜੋ ਮੈਨੂੰ ਪਤਾ ਲੱਗਾ ਕਿ ਮਹਾਰਿਸ਼ੀ ਵਾਤਸਾਇਨ 3 ਸਦੀ ਵਿੱਚ ਹੋਏ, ਕਿਉਂਕਿ ਪੁਰਾਣੇ ਬੰਦਿਆਂ ਦਾ ਪੂਰਾ ਇਤਿਹਾਸ ਨਹੀਂ ਮਿਲਦਾ, ਸਨ ਤਰੀਕ ਨਹੀਂ ਮਿਲਦੀ, ਤੇ ਅੰਦਾਜ਼ਾ ਲਾ ਕੇ ਜਿੱਥੋਂ ਤੱਕ ਸਾਡੇ ਇਤਿਹਾਸਕਾਰ ਪਹੁੰਚੇ ਨੇ, ਉਹਨਾਂ ਦੱਸਿਆ ਕਿ ਉਹ 3 ਸਦੀ ਵਿੱਚ ਹੋਏ। ਬਿਹਾਰ ਪ੍ਰਾਂਤ ਵਿੱਚ ਉਹਨਾਂ ਦਾ ਜਨਮ ਹੋਇਆ, ਪਟਨਾ ਦੇ ਨੇੜੇ, ਤੇ ਉਹਨਾਂ ਨੇ ਤਕਰੀਬਨ 250 ਈਸਵੀ ਦੇ ਵਿੱਚ ਇਸ ਗ੍ਰੰਥ ਨੂੰ ਲਿਖਿਆ, ਜਿਸ ਦਾ ਨਾਮ ਹੈ ਕਾਮ ਸੂਤਰ।
ਇਹ ਕਾਮ ਦੀ ਟ੍ਰੇਨਿੰਗ ਬਾਰੇ, ਕਾਮ ਦੇ ਗਿਆਨ ਬਾਰੇ ਇਹ ਗ੍ਰੰਥ ਲਿਖਿਆ। ਸੋ ਸੰਤ ਸਿੰਘ ਜੀ ਮਸਕੀਨ ਨੇ ਇਹੀ ਕਿਹਾ ਕਿ ਇਹਦੇ ਵਿੱਚ ਜਿਹੜਾ ਚਰਿਤ੍ਰੋਪਖਿਆਨ ਹੈ ਉਹ ਮਹਾਰਿਸ਼ੀ ਵਾਤਸਾਇਨ ਦੇ ਕਾਮ ਸੂਤਰ ਗ੍ਰੰਥ ਦਾ ਉਲਥਾ ਹੈ, ਜਿਹੜਾ ਤੁਸੀਂ ਇਸ ਬਾਈਟ ਦੇ ਵਿੱਚ ਸੁਣਿਆ ਹੈ। ਮੈਂ ਜਦੋਂ ਉਹਨਾਂ ਬਾਰੇ ਖੋਜ ਕੀਤੀ ਕਿ 250 ਈਸਵੀ ਦੇ ਵਿੱਚ ਉਹਨਾਂ ਲਿਖਿਆ, ਜਦੋਂ ਮੈਂ ਚਰਿੱਤਰ ਪੜ੍ਹਨੇ ਸ਼ੁਰੂ ਕੀਤੇ ਤਾਂ ਮੈਨੂੰ ਕੀ ਸਮਝ ਲੱਗੀ ਕਿ ਇਹਦੇ ਵਿੱਚੋਂ ਬਹੁਤੇ ਚਰਿੱਤਰ ਤਾਂ ਮੁਗਲ ਕਾਲ ਦੇ ਨੇ, ਔਰ ਕੁਝ ਚਰਿੱਤਰ ਤਾਂ ਅਜਿਹੇ ਹਨ ਜਿਹੜੇ ਗੁਰੂ ਸਾਹਿਬਾਨ ਦਾ ਨਾਮ, ਉਹਨਾਂ ਦੇ ਅਸਥਾਨਾਂ ਦਾ ਨਾਮ ਉੱਥੇ ਆਉਂਦਾ, ਜਿਵੇਂ ਅਨੰਦਪੁਰ ਦਾ ਨਾਂ ਚਰਿੱਤਰ ਦੇ ਵਿੱਚ ਸਪੈਸ਼ਲੀ ਮੈਂਸ਼ਨਡ ਹੈ। ਤੇ ਉੱਥੋਂ ਪਤਾ ਲੱਗਾ ਕਿ ਅਨੰਦਪੁਰ ਸਾਹਿਬ ਦੀ ਤਾਂ ਜਿਹੜੀ ਸਿਰਜਣਾ ਸੀ ਗੁਰੂ ਤੇਗ ਬਹਾਦਰ ਨੇ, ਜੋ ਮੋੜੀ ਗੱਡੀ ਸੀ, ਉਹ 19 ਜੂਨ 1665 ਈਸਵੀ ਨੂੰ ਕੱਢੀ ਸੀ, ਵਾਤਸਾਇਨ ਤੋਂ ਕਈ ਸਦੀਆਂ, 14 ਸਦੀਆਂ ਬਾਅਦ ਦੇ ਵਿੱਚ। ਤੇ ਇਹ ਚਰਿੱਤਰ ਤਾਂ ਕਿਸੇ ਹਾਲਤ ਵਿੱਚ ਵੀ ਉਦੋਂ ਵਾਪਰਿਆ ਨਹੀਂ ਹੋ ਸਕਦਾ। ਫਿਰ ਮੁਗਲ ਕਾਲ ਜਿਹੜਾ ਉਹ 1526 ਈਸਵੀ ਨੂੰ ਪਹਿਲਾ ਜਿਹੜਾ ਉਹਨਾਂ ਦਾ ਬਾਦਸ਼ਾਹ ਬਾਬਰ ਆਇਆ ਸੀ। ਉਸ ਤੋਂ ਬਾਅਦ ਅੱਗੇ ਲੜੀਵਾਰ ਸਿਲਸਿਲੇਵਾਰ ਉਹਨਾਂ ਦੇ ਬਾਦਸ਼ਾਹ ਹੋਏ ਨੇ, ਜੋ ਵੀ ਆ ਅਕਬਰ, ਜਹਾਂਗੀਰ, ਸ਼ਾਹਜਹਾਨ, ਜਿੰਨੇ ਵੀ ਹੋਏ ਨੇ, ਉਹਨਾਂ ਦੇ ਸੰਬੰਧ ਨਾਲ ਬਹੁਤ ਸਾਰੇ ਚਰਿੱਤਰ ਨੇ। ਇਹ ਚਰਿੱਤਰ ਵੀ 250 ਸਦੀ ਦੇ ਵਿੱਚ, 300 ਸਦੀ ਦੇ ਵਿੱਚ ਨਹੀਂ ਸਨ। ਮੈਨੂੰ ਲੱਗਾ ਕੋਈ ਦਾਲ ਵਿੱਚ ਕੁਝ ਕਾਲਾ ਹੈ। ਫਿਰ ਮੁਗਲ ਕਾਲ ਦੇ ਜੋ ਚਰਿੱਤਰ ਨੇ, ਔਰ ਜਿੱਥੇ ਖਾਨਾਂ ਦਾ ਤੇ ਹੁਸੈਨਾਂ ਦਾ ਨਾਮ ਆਇਆ, ਤੇ ਮੈਨੂੰ ਇਤਿਹਾਸ ਜਿਹੜੇ ਬੰਦੇ ਪੜ੍ਹੇ ਨੇ ਉਹਨਾਂ ਨੂੰ ਪਤਾ ਹੈ ਕਿ ਪਹਿਲਾ ਹਮਲਾਵਰ ਮੁਹੰਮਦ ਬਿਨ ਕਾਸਿਮ, ਜਿਸ ਨੇ 712 ਈਸਵੀ ਵਿੱਚ ਸਿੰਧ 'ਤੇ ਹਮਲਾ ਕਰਕੇ ਉੱਥੇ ਫਤਿਹ ਪ੍ਰਾਪਤ ਕੀਤੀ ਸੀ। ਉਸ ਤੋਂ ਬਾਅਦ ਹੀ ਜਿਹੜੇ ਮੁਸਲਮਾਨ ਸਾਡੇ ਦੇਸ਼ ਵਿੱਚ ਆਏ, ਸਥਾਪਿਤ ਹੋਏ, ਔਰ ਅੱਗੋਂ ਇੱਥੋਂ ਦੀ ਪਬਲਿਕ ਨੂੰ ਵੀ ਮੁਸਲਮਾਨ ਬਣਾਇਆ। 712 ਈਸਵੀ ਵਿੱਚ ਮੁਹੰਮਦ ਬਿਨ ਕਾਸਿਮ ਆਇਆ ਸੀ। ਤੇ ਇਹ ਜਿਹੜੇ ਚਰਿੱਤਰ ਜਿੱਥੇ ਹਰ ਮੁਸਲਮਾਨਾਂ ਦਾ ਨਾਮ ਵਿੱਚ ਆਉਂਦਾ ਹੈ, ਖਾਨਾਂ ਦਾ ਨਾਮ ਵਿੱਚ ਆਉਂਦਾ ਹੈ, ਇਹਦਾ ਮਤਲਬ ਇਹ ਚਰਿੱਤਰ ਤਾਂ 712 ਈਸਵੀ ਤੋਂ ਬਾਅਦ ਵਿੱਚ ਵਾਪਰੇ, ਜਦ ਕਿ ਜਿਹੜਾ ਕਾਮਸੂਤਰ ਗ੍ਰੰਥ ਹੈ ਉਹ 250 ਈਸਵੀ ਵਿੱਚ ਲਿਖਿਆ ਗਿਆ ਸੀ। ਭਾਵ ਇਹ ਵੀ ਚਰਿੱਤਰ ਕਰਦੇ ਕਰਦੇ ਮੈਨੂੰ ਪਤਾ ਲੱਗਾ ਅੱਧਿਓਂ ਜ਼ਿਆਦਾ ਚਰਿੱਤਰ ਜਿਹੜੇ ਆ ਉਹ ਮੇਲ ਨਹੀਂ ਖਾਂਦਾ, ਕਿਸੇ ਹਾਲਤ ਵਿੱਚ ਵੀ ਉਹ ਕਵੀ ਜੋ ਮਹਾਰਿਸ਼ੀ ਵਾਤਸਾਇਨ ਦੇ ਗ੍ਰੰਥ ਵਿੱਚ ਨਹੀਂ ਹੋ ਸਕਦੇ। ਪਰ ਜਦੋਂ ਤੱਕ ਮੈਂ ਪੂਰੀ ਡਿਟੇਲ ਵਿੱਚ ਪੂਰੀ ਖੋਜ ਨਹੀਂ ਕਰ ਲੈਂਦਾ, ਉਦੋਂ ਤੱਕ ਮੈਂ ਕੋਈ ਵੀ ਨਿਸ਼ਚੇ ਨਾਲ ਗੱਲ ਨਹੀਂ ਸੀ ਕਰ ਸਕਦਾ। ਹੁਣ ਮੇਰਾ ਅਗਲਾ ਪੜਾਅ ਜਿਹੜਾ ਸੀ ਉਹ ਇਹ ਜਾਣਨਾ ਸੀ ਕਿ ਮਹਾਰਿਸ਼ੀ ਦਾ ਲਿਖਿਆ ਹੋਇਆ ਜਿਹੜਾ ਕਾਮਸੂਤਰ ਗ੍ਰੰਥ ਉਹ ਕਿੱਥੋਂ ਪ੍ਰਾਪਤ ਕੀਤਾ ਜਾਵੇ। ਕੋਸ਼ਿਸ਼ ਕਰਕੇ ਉਹ ਗ੍ਰੰਥ ਵੀ ਮੈਨੂੰ ਮਿਲ ਗਿਆ। ਸਬੱਬ ਨਾਲ ਔਰ ਮੇਰੀ ਖੁਸ਼ਕਿਸਮਤੀ ਨਾਲ ਉਹ ਸੰਸਕ੍ਰਿਤ ਵਿੱਚ ਦੇ ਨਾਲ ਨਾਲ ਹਿੰਦੀ ਬੋਲੀ ਵਿੱਚ, ਹਿੰਦੀ ਭਾਸ਼ਾ ਵਿੱਚ ਉਸ ਦਾ ਉਲਥਾ ਕੀਤਾ ਹੋਇਆ, ਜਿਸ ਨਾਲ ਮੈਨੂੰ ਸਮਝਣ ਲਈ ਬਹੁਤ ਆਸਾਨੀ ਹੋਈ। ਜਦੋਂ ਮੈਂ ਉਹ ਗ੍ਰੰਥ ਮੇਰੇ ਹੱਥ ਲੱਗਾ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਜ਼ਮੀਨ ਖਿਸਕਣ ਦਾ ਕਾਰਨ ਇਹ ਸੀ ਕਿ ਉਹ ਗ੍ਰੰਥ ਸਾਰਾ 160 ਪੰਨਿਆਂ ਦਾ, ਔਰ ਜਿਹੜਾ ਡਾਕਟਰ ਰਤਨ ਸਿੰਘ ਜੱਗੀ ਨੇ ਤੇ ਚਰਿਤ੍ਰੋਪਖਿਆਨ ਦੇ ਅਰਥ ਕੀਤੇ ਨੇ, ਉਹ 4628 ਪੰਨੇ ਦੇ ਗ੍ਰੰਥ ਵਿੱਚੋਂ ਉਹ 1503 ਪੰਨੇ ਨੇ, 1503 ਪੰਨੇ। ਤੇ ਇਹ ਕਿਵੇਂ ਹੋ ਸਕਦਾ ਹੈ ਕਿ ਕੋਈ 10 ਲੀਟਰ ਦੁੱਧ ਦਾ ਕੇਨ ਲਿਆ ਕੇ ਉਹਦੇ ਵਿੱਚੋਂ 100 ਲੀਟਰ ਦੁੱਧ ਦੇ ਦੇਵੇ? ਭਾਈ ਦੋਜੀ ਦੇ ਕੋਲ 10 ਲੀਟਰ ਦਾ ਦੁੱਧ ਦਾ ਕੇਨ ਹੋਵੇ ਔਰ ਦੁੱਧ ਲੈਣ ਵਾਲੇ ਕਹਿਣ ਅਸੀਂ 100 ਲੀਟਰ ਦੁੱਧ ਉਸ ਦੋਧੀ ਤੋਂ, ਮਿਲਕਮੈਨ ਤੋਂ ਲੈ ਲਿਆ। ਪੋਸੀਬਲ ਹੋ ਹੀ ਨਹੀਂ ਸਕਦਾ। 10 ਵਿੱਚੋਂ 9, 8, 7 ਲੈ ਸਕਦੇ ਹੋ, ਪਰ 10 ਲੀਟਰ ਵਾਲੇ ਕੇਨ 'ਚੋਂ 100 ਲੀਟਰ ਦੁੱਧ ਕਿੱਦਾਂ ਲਿਆ ਜਾ ਸਕਦਾ? ਜਿਹੜਾ ਟੋਟਲ ਗ੍ਰੰਥ ਅਰਥਾਂ ਸਮੇਤ 160 ਪੰਨੇ ਦਾ, ਉਸ ਦੇ ਵਿੱਚੋਂ
1503 ਪੰਨੇ ਦਾ ਗ੍ਰੰਥ ਕਿਵੇਂ ਨਿਕਲ ਸਕਦਾ? ਹੋ ਹੀ ਨਹੀਂ ਸਕਦਾ। ਖੈਰ मैं उस ग्रंथ ਨੂੰ पढ़ना शुरू किया। मैं सोचा चलो 404 चरित्र ना सही 200 चरित्र ही होणगे, 200 ना सही 100 ही चरित्र होऊ, 100 ना सही 50 ही होणगे, 50 ना 25 10 ही होणगे। पर मेरी हैरानी दी गल तो कोई ठिकाना ना रहा जदों मैं ये देखिया कि काम सूत्र ग्रंथ विच 404 चरित्रां विचों एक भी चरित्र लिखिया होया नहीं मिलिया। 404 चरित्रां विचों एक भी चरित्र महारिषि वासतायन दे काम सूत्र ग्रंथ विच नहीं लिखिया होया। और साडे महान विद्वान जिन्हां दा तुसीं ऑडियो सुनी है वो कहिंदे गुरु गोबिंद सिंह जी ने महारिषि वासतायन दे ग्रंथ का उल्था करके चरित्रोपख्यान लिखिया। एडा झूठ, एडा फरेब, एडा धोखा। जिड्डे वड्डे विद्वान ओडा वड्डा ही धोखा। आम संगतां उन्हां नूं रोल मॉडल मानदियां ने कि ये सिख धर्म दे बहुत उच्च कोटि दे विद्वान सन। मैनूं लगदा इन्हां नूं शायद उदों चेते भी नहीं होना जदों इस स्टेज तो अजिहियां गल्लां करदे सन कि कोई समा ऐसा होना आउणा जदों सारे ग्रंथ लोकां दी मुट्ठी विच होणे आ। जदों कोई गलती करेगा उदों वो रैफर करके उसनूं देख लैणगे कि ये बोलण वाला गल सही बोल रहा जां गलत बोल रहा। उन्हां नूं इदां दा पता नहीं सी, पता हुंदा कदी भी वो गलत गल ना करदे। हुण मैनूं ये सारा कुछ समझ के पढ़ के इंज पता लगा कि ये दाल विच कुछ काला नहीं, दाल विच कुछ काला नहीं, ये दाल ही काली है। पूरा काम ही आवा ही उतया होया है, नहीं तो कोई तो रैफरेंस होंदी ना। मैनूं इंज लगदा कि साडे इस महान विद्वान ने ना तो विचित्र नाटक पढ़िया। जे विचित्र नाटक पढ़िया हो फिर इसने काम सूत्र ग्रंथ नहीं पढ़िया। जे इसने दोनों ग्रंथ पढ़े ने फिर भाई किहड़े आधार ते ये कह रहा भी ये उहदा उल्था, उहदे विच तां एक भी चरित्र नहीं है। मैनूं इंज लगदा इन्हां ने कुछ नहीं पढ़िया। ये घरों ही प्लैनिंग करके आउंदे ने कि असीं ऐस चीज़ की प्रौढ़ता करनी है, इधरों उधरों मटीरियल इकट्ठा करते हैं और आके गप मार देंदे ने। और संगतां दे विच उन्हां दा नाम बहुत वड्डा है, उन्हां दा रेपूटेशन बहुत ज़्यादा है, उन्हां दी गल नूं पत्थर ते लकीर मंनदे ने। आप सिख पढ़ते नहीं, आप सिख कुछ खोज नहीं करते, कुछ विचार नहीं करते। इस तरह इन्हां ने पूरी सिख कौम नूं कुराहे पाया होया। एक छोटी जी कहानी मेरे विद्वान वीर इंजीनियर दर्शन सिंह जी खालसा ने लिखी सी, वो इत्थे मैनूं बड़ी ढुकवीं साबित हुंदी है। वो कहिंदे जी कोई व्यापारी तित्तर बेच रहा सी, उहदे कोल बहुत सारे तित्तर सन। गाहक आ गए पुछण वे तित्तर की भाव ने। वो व्यापारी कह रहा कि आह तित्तर जिहड़ा ये 50 रुपए दा। अगला पुछदा है, दूजा कहंदा ये भी 50 दा, ये भी 50 दा। इदां पुछदे गए। आखिर एक तित्तर सी जिहदे परां नूं लाल रंग लाया होया सी। उन्हें कहा भी आ जिहड़ा लाल रंग लाया ये किन्ने दा? कहंदा जी ये 500 रुपये दा। हुण जिहड़ा बंदा पुछण आया सी भाव तित्तरां दा, वो कहंदा भाई तेरी गल कोई समझ नहीं आई कि 50 की जगह 60 हो सकते, 70 हो सकते। वो देखण नूं तां ये तित्तर पहले तित्तरां बाकी तित्तरां वर्गा ही है। ये 50 दा, ये 500 दा। यार तूं क्यों मूर्ख बना रहा सानू? वो कहंदा भाई ये 500 दा ही है, ये तू घट नहीं। कहंदा यार मजाक क्यों करदा? कहंदा जी मजाक नहीं करदा, मैं तुहानूं सच दसदा ये 500 दा ही है, क्योंकि आ जिहड़ा तित्तर है ये तित्तर है, आ तित्तर ये भी तित्तर है, आ तित्तर सारे तित्तरां दी उंगलियां रख के कहे सारे तित्तर ने। कहंदे आ तित्तर, कहंदे ये तित्तर तित्तर नहीं है। कहंदे ये तो तित्तर दिखाई दिंदा क्यों नहीं है? कहंदे ये तित्तर खास तित्तर है,
ਇਹ ਤਿੱਤਰ ਸ਼ਿਕਾਰੀ ਦਾ ਤਿੱਤਰ ਹੈ। ਕਹਿੰਦੇ ਉਹ ਕਿਵੇਂ? ਕਹਿੰਦੇ ਇਹ ਸ਼ਿਕਾਰੀ ਨੇ ਇਸ ਤਿੱਤਰ ਨੂੰ ਟ੍ਰੇਨਡ ਕੀਤਾ ਹੋਇਆ। ਇਹ ਤਿੱਤਰ ਜਾਂਦਾ ਜਿੱਥੇ ਤਿੱਤਰ ਚੋਗਾ ਚੁਗ ਰਹੇ ਹੁੰਦੇ ਹਨ, ਉਹਨਾਂ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ, ਉਹਨਾਂ ਨੂੰ ਪਿਆਰ ਭਰੀਆਂ ਗੱਲਾਂ ਕਰਕੇ ਆਪਣੇ ਪਿੱਛੇ ਲਾ ਲੈਂਦਾ। ਆਪਣੇ ਪਿੱਛੇ ਲਾ ਕੇ ਫਿਰ ਉਹ ਉਹਨਾਂ ਤਿੱਤਰਾਂ ਨੂੰ ਉੱਥੇ ਲੈ ਕੇ ਆਉਂਦਾ ਜਿੱਥੇ ਸ਼ਿਕਾਰੀ ਨੇ ਜਾਲ ਵਿਛਾਇਆ ਹੁੰਦਾ। ਉਹ ਸਾਰੇ ਤਿੱਤਰ ਆਪਣੇ ਤਿੱਤਰ ਭਰਾ ਦੇ ਕਹਿਣ 'ਤੇ ਉੱਥੇ ਆ ਜਾਂਦੇ ਨੇ। ਉਹ ਸ਼ਿਕਾਰੀ ਜਾਲ ਪਾ ਕੇ ਇਹਨਾਂ ਸਾਰਿਆਂ ਤਿੱਤਰਾਂ ਨੂੰ ਫੜ ਲੈਂਦਾ। ਨਾਲ ਇਹ ਟ੍ਰੇਨਡ ਤਿੱਤਰ ਵੀ ਨਾਲ ਹੀ ਹੁੰਦਾ। ਉਹਨੂੰ ਘਰ ਲਿਆ ਕੇ ਰੱਖ ਲੈਂਦਾ, ਬਾਕੀਆਂ ਨੂੰ ਮਾਰ ਕੇ ਖਾ ਲੈਂਦਾ। ਅਗਲੇ ਦਿਨ ਫਿਰ ਇਵੇਂ ਕਰਦਾ, ਉਹ ਤਿੱਤਰਾਂ ਨੂੰ ਪਿਆਰ ਦੀਆਂ ਗੱਲਾਂ ਕਰਕੇ, ਮਿੱਠੀਆਂ ਗੱਲਾਂ ਕਰਕੇ ਲੈ ਆਉਂਦਾ ਔਰ ਤਿੱਤਰਾਂ ਨੂੰ ਫਸਾਉਂਦਾ। ਇਹ ਕਹਾਣੀ ਪੜ੍ਹੀ ਤਾਂ ਕਈ ਦਿਨ ਹੋ ਗਏ, ਪਰ ਮੈਨੂੰ ਇਸ ਸੰਦਰਭ ਦੇ ਵਿੱਚ ਇਹ ਬਹੁਤ ਫਿੱਟ ਲੱਗੀ। ਮੈਨੂੰ ਇੰਝ ਲੱਗਾ ਕਿ ਜਿਹੜੇ ਸਾਡੇ ਬੜੇ ਬੜੇ ਚੋਲੇ ਪਾ ਕੇ, ਬੜੇ ਬੜੇ ਸਵਾਂਗ ਬਣਾ ਕੇ ਗੁਰਮਤਿ ਦੀਆਂ ਸਟੇਜਾਂ ਤੋਂ ਗੁਰਮਤਿ ਦਾ ਜੋ ਹੋਕਾ ਦਿੰਦੇ ਦਿਖਾਈ ਦਿੰਦੇ ਨੇ, ਟਾਰਾਂ ਮਾਰਦੇ ਨੇ, ਮੈਨੂੰ ਉਹ ਸਾਰੇ ਦੇ ਸਾਰੇ ਅਜਿਹੇ ਲੱਗੇ ਜਿਵੇਂ ਇਹ ਸ਼ਿਕਾਰੀ ਦਾ ਤਿੱਤਰ ਹੁੰਦਾ। ਇਹ ਫਿਰ ਸੰਗਤਾਂ ਨੂੰ ਗੁੰਮਰਾਹ ਕਰਦੇ ਨੇ, ਧਰਮ ਦੇ ਨਾਂ 'ਤੇ ਇਮੋਸ਼ਨਲ ਕਰਕੇ, ਇਹ ਸੰਗਤਾਂ ਦਾ ਬ੍ਰੇਨ ਵਾਸ਼ ਕਰਕੇ ਉਹਨਾਂ ਨੂੰ ਕੁਰਾਹੇ ਪਾ ਰਹੇ ਨੇ। ਉਹ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਨਹੀਂ ਜੋੜਦੇ, ਸਗੋਂ ਹੋਰ ਗ੍ਰੰਥਾਂ ਦੇ ਨਾਲ ਜੋੜ ਕੇ ਸਾਨੂੰ ਗੁਰਮਤਿ ਤੋਂ ਕੁਰਾਹੇ ਪਾਉਂਦੇ ਨੇ। ਮੈਂ ਇੱਕੋ ਹੀ ਬੇਨਤੀ ਕਰਾਂਗਾ, ਜ਼ਿੰਦਗੀ ਦੇ ਵਿੱਚ ਆਪਣਾ ਰੋਲ ਮਾਡਲ ਕਿਸੇ ਬੰਦੇ ਨੂੰ ਨਾ ਬਣਾਓ। ਰੋਲ ਮਾਡਲ ਬਣਾਉਣਾ ਸਿੱਖਣੇ ਤਾਂ ਉਹ ਆਪਣੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੂੰ ਬਣਾਉਣਾ। ਰੋਲ ਮਾਡਲ ਬਣਾਉਣਾ ਤੇ ਗਿਆਨ ਦਾ ਦਾਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਣਾਉਣਾ। ਇਸ ਤੋਂ ਇਲਾਵਾ ਜਿੰਨੇ ਵੀ ਗ੍ਰੰਥ ਨੇ, ਜਿੰਨੀਆਂ ਵੀ ਪੁਸਤਕਾਂ ਨੇ, ਤੁਹਾਡੇ ਕੋਲ ਸਮਾਂ ਲੱਗਦਾ ਉਹਨਾਂ ਨੂੰ ਪੜ੍ਹੋ। ਕੁਝ ਚੰਗੀ ਗੱਲ ਮਿਲਦੀ ਆ, ਰੱਖ ਲਓ, ਪਰ ਰੋਲ ਮਾਡਲ ਨਹੀਂ ਬਣਾਉਣਾ। ਖਾਸ ਕਰਕੇ ਧਾਰਮਿਕ ਖੇਤਰ ਵਿੱਚ ਭੁੱਲ ਕੇ ਵੀ, ਗਲਤੀ ਨਾਲ ਵੀ ਕਿਸੇ ਨੂੰ ਰੋਲ ਮਾਡਲ ਨਾ ਬਣਾਓ। ਆਪਣਾ ਰਾਹ ਦਸੇਰਾ ਨਾ ਮੰਨੋ, ਆਪਣਾ ਆਗੂ ਨਾ ਮੰਨੋ, ਕਿਉਂਕਿ ਇਹ ਸਾਰੇ ਉਹ ਸ਼ਿਕਾਰੀ ਦੇ ਤਿੱਤਰ ਵਰਗੇ ਨੇ। ਇਹ ਇਕੱਠੇ ਕਰਕੇ ਸ਼ਿਕਾਰੀ ਦੇ ਜਾਲ ਵਿੱਚ ਫਸਾਉਣ ਦਾ ਕੰਮ ਕਰਦੇ ਨੇ। ਸਾਰਾ ਕੁਝ ਰੋਟੀਆਂ ਕਾਰਨ ਪੂਰੇ ਤਾਲ ਵਾਲੀ ਅਵਸਥਾ ਵਿੱਚ ਇਹ ਲੋਕ ਵਿਚਰ ਰਹੇ ਨੇ। ਆਮ ਤੌਰ 'ਤੇ ਹੋ ਕੀ ਰਿਹਾ, ਜੇ ਕਿਸੇ ਮੇਰੇ ਵਰਗੇ ਛੋਟੇ ਮੋਟੇ ਬੰਦੇ ਨੂੰ ਇਹ ਗੱਲ ਸਮਝ ਵੀ ਆ ਜਾਵੇ, ਉਹ ਡਰਦਾ ਵੀ ਯਾਰ ਐਡਾ ਵੱਡਾ ਨਾਮ, ਸਾਰਾ ਸਿੱਖ ਜਗਤ ਉਹਨਾਂ ਨੂੰ ਸਤਿਕਾਰ ਦਿੰਦਾ, ਮੈਂ ਗੱਲ ਕਰਾਂਗਾ ਸਾਰੇ ਮੇਰੇ ਨਾਲ ਟੁੱਟ ਜਾਣਗੇ, ਸਾਰੇ ਮੇਰਾ ਵਿਰੋਧ ਕਰਨਗੇ। ਪਰ ਖਿਆਲ ਕਰਨਾ, ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹਾਂ। ਗੁਰੂ ਨਾਨਕ ਪਾਤਸ਼ਾਹ ਸਾਨੂੰ ਸਖਤ ਨਸੀਹਤ ਕਰਕੇ ਦੱਸ ਗਏ ਨੇ, ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਐ, ਜਿਹਾ ਕਾਲੇ ਘਾਲਣਾ ਤੇ ਵੇਹੋ ਨਾਉ ਪੁਚਾਰੀਐ। ਵੀ ਜੇ ਬਹੁਤ ਰਿਪਟਡ ਬੰਦਾ, ਬਹੁਤ ਸਿਆਣਾ ਬੰਦਾ ਜੇ ਗਲਤੀ ਕਰਦਾ ਤਾਂ ਐ ਨਹੀਂ ਫਿਰ ਅਸੀਂ ਕਿਸੇ ਸਿੱਧੜ ਬੰਦੇ ਨੂੰ, ਘੱਟ ਪੜ੍ਹੇ ਲਿਖੇ ਬੰਦੇ ਨੂੰ ਉਹਦੀ ਜਗ੍ਹਾ ਸਜ਼ਾ ਦੇ ਦੇਣੀ। ਜਿਹੜਾ ਗਲਤੀ ਕਰੇਗਾ, ਜਿਹੜਾ ਗੁਨਾਹ ਕਰੇਗਾ, उसकी सज़ा उसनूं ही देनी है। और जिहो जो काम करेगा उसनूं ते वेहो नाम पचारी है, उसनूं उस दे नाम नाल ही सदना। जे चोर है, धोखेबाज है, ठग है, फरेबी है, उसनूं उसे नाम दे नाल सदना, ना कि जिहड़ा उसने अपना नाम स्थापित किया होया समाज विच, धर्म विच, उस तो डरदे मारे चुप रहना। इस करके सीधी गल है, विद्वान वड्डा है, ना वड्डा है, पर हुण तुहाडे सामने गल करती है। हाँ, एक गल मैं इत्थे कर देवांगा। मैं जिहड़ा ग्रंथ पढ़िया वो तुहानूं मैं दस्सिया। मेरी इस वीडियो तो बाद विच तुहानूं महर्षि वात्स्यायन दा कोई होर ग्रंथ लभे, काम सूत्र, हो सकदा मेरे कोल पूरा ना आया होवे, हो सकदा ये अधूरा होवे, तुहाडे कोल किसे कोल मिले, किरपा करके मैनूं दसना करना, ताकि मैं संगत नूं भुलेखे विच ना रखां। मैं जे मेरी कोई गलती होगी मैं संगत विच दोबारा वीडियो बना के दसांगा
कि मेरे को ग्रंथ आ आया सी, हुण मैनू आ ग्रंथ किसी ने भेजिया, हुण मैं इस दे बारे जान के तुहानू मैं दस रहा। संगतां नू संदेश सही जाना चाहिदा, नहीं तो जिहड़ी गल मैं अज कर दित्ती, जे इहदे विच कोई बल फरेब होया अज तो 50 साल 100 साल बाद, क्योंकि रिकॉर्ड हो गया, यह मटेया नहीं जा सकता। ये अगर झूठ है तो ये 100 साल बाद भी झूठ सिद्ध हो जाना है। जे सच है तो सच तो कभी पुराना हुंदा ही नहीं, सच तो खराब नहीं हुंदा, पर ये झूठ है। मैं भी चाहांगा कि जो कोई गलती है वो मैं जल्दी तो जल्दी सुधार लवां। आओ अज दी विचार इन्नी की है, विचारां करदियां कई तरह दीयां भुल्लां गलतियां हो गई होणगीआं, माफ़ करना। एक मेरी बेनती है कि बहुत मेहनत करके यह वीडियो बनाई है, इसनूं वध तो वध संगतां तक साझा करो और मेरा चैनल सच दी खोज विद बलदेव सिंह MA नूं सबसक्राइब करो, ताकि इस तरह वध तो वध असीं खोज भरपूर वीडियो तुहाडे नाल साझे करते रहिए। आओ फतेह बुलाइए। वाहिगुरू जी का खालसा, वाहिगुरू जी की फतेह।